ਸੋ ਵਿਦਿਆਰਥੀਓ, ਜਿਸ ਤਰ੍ਹਾਂ ਆਪਾਂ ਟੀਚਿੰਗ ਆਫ ਪੋਲੀਟੀਕਲ ਸਾਇੰਸ ਸਬਜੈਕਟ ਦੇ ਵਿੱਚ ਅਸੀਂ ਲਗਾਤਾਰ ਰਾਜਨੀਤੀ ਸ਼ਾਸਤਰ ਦੀ ਲੋੜ ਤੇ ਉਸ ਦੀ ਮਹੱਤਤਾ ਦੇ ਬਾਰੇ ਅਸੀਂ ਗੱਲ ਕਰ ਰਹੇ ਸੀਗੇ ਕਿ ਰਾਜਨੀਤੀ ਸ਼ਾਸਤਰ ਨੂੰ ਪੜ੍ਹਨ ਦੀ ਜਾਂ ਰਾਜਨੀਤੀ ਸ਼ਾਸਤਰ ਨੂੰ ਜਾਣਨ ਦੀ ਜਾਂ ਰਾਜਨੀਤੀ ਸ਼ਾਸਤਰ ਦੇ ਅਧਿਐਨ ਦੀ ਕਿ ਸਾਨੂੰ ਉਹਦੀ ਕੀ ਲੋੜ ਹੈ ਜਾਂ ਅਸੀਂ ਉਹਨਾਂ ਵਿਚਾਰਾਂ ਨੂੰ ਸਮਝਣਾ ਕਿ ਜਿਨ੍ਹਾਂ ਨੇ ਇਹ ਸਾਡੇ ਲਈ ਲੋੜ ਬਣਾਈ ਹੈ ਜਾਂ ਉਹਨਾਂ ਨੂੰ ਪੜ੍ਹ ਕੇ ਉਹ ਸਾਡੇ ਕਿੱਥੇ ਕਿੱਥੇ ਜਿਹੜੀਆਂ ਵਿਚਾਰਾਂ ਨੇ ਜਾਂ ਉਹ ਗੱਲਾਂ ਨੇ ਜਿਹੜੀਆਂ ਰਾਜਨੀਤੀ ਸ਼ਾਸਤਰ ਦੇ ਵਿੱਚ ਨੇ ਉਹ ਕਿੱਥੇ ਕੰਮ ਆਉਂਦੀਆਂ ਨੇ, ਉਹ ਉਸ ਚੀਜ਼ ਦੀ ਮਹੱਤਤਾ। ਅਸੀਂ ਅੱਜ ਗੱਲ ਕਰੀਏ ਤਾਂ ਇੱਕ ਕਹਿ ਲਓ ਕਿ ਆਧੁਨਿਕ ਯੁੱਗ ਹੈ, ਹਰ ਪੱਖ ਤੋਂ ਹਰ ਰਾਸ਼ਟਰ ਜਿਹੜਾ ਵਿਕਾਸ ਕਰ ਰਿਹਾ ਹੈ, ਜਿੱਥੇ ਆਰਥਿਕ ਪੱਖ ਤੋਂ ਵਿਕਾਸ ਕਰ ਰਹੀ ਹੈ ਔਰ ਆਪਾਂ ਕਹਿ ਲਓ ਕਿ ਸਮਾਜਿਕ ਪੱਖ ਤੋਂ ਵਿਕਾਸ ਕਰ ਰਹੇ ਆ, ਤਾਂ ਉੱਥੇ ਇੱਕ ਰਾਜਨੀਤਿਕ ਪੱਖ ਹੈ ਜਿਹੜਾ ਉਸ ਨੂੰ ਵੀ ਵਿਕਾਸ ਤੋਂ ਰੋਕਿਆ ਨਹੀਂ ਜਾ ਸਕਦਾ ਜਾਂ ਅਸੀਂ ਉਸ ਦੇ ਵਿਕਾਸ ਨੂੰ ਜਿਹੜਾ ਖੁਦ ਰੋਕੇ ਨਹੀਂ ਕਰ ਸਕਦੇ। ਰਾਜਨੀਤਿਕ ਵਿਕਾਸ ਕਿਸੇ ਰਾਸ਼ਟਰ ਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਗੱਲ ਹੁੰਦੀ ਹੈ ਜਦੋਂ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਕਿਸੇ ਰਾਸ਼ਟਰ ਦਾ ਅਧਿਐਨ ਕਰਦੇ ਹਾਂ, ਕਿਉਂਕਿ ਜਿਹੜੀ ਆਰਥਿਕ ਤਰੱਕੀ ਹੈ ਉਸ ਦੇ ਨਾਲ ਨਾਲ ਜਦੋਂ ਰਾਜਨੀਤਿਕ ਤਰੱਕੀ ਹੁੰਦੀ ਹੈ, ਆਰਥਿਕ ਤਰੱਕੀ ਨੂੰ ਅਸੀਂ ਦਰਸਾਉਂਦੇ ਹਾਂ, ਰਾਜਨੀਤਿਕ ਤਰੱਕੀ ਵੀ ਇੱਕ ਦਰਸਾਈ ਜਾਂਦੀ ਹੈ, ਭਾਵੇਂ ਉਹ ਚੰਗੇ ਨੇਤਾਵਾਂ ਦੀ ਅਗਵਾਈ ਦੀ ਗੱਲ ਹੋਵੇ ਜਾਂ ਚੰਗੇ ਰਾਜਨੀਤਿਕ ਦਲਾਂ ਦੀ ਗੱਲ ਹੋਵੇ ਔਰ ਜਾਂ ਉੱਥੋਂ ਦੀਆਂ ਜਿਹੜੇ ਰਾਜਨੀਤਿਕ ਲੋਕ ਨੇ ਜਾਂ ਉੱਥੇ ਜਿਹੜੇ ਰਾਜਨੀਤਿਕ ਆਗੂ ਨੇ ਜਾਂ ਉੱਥੇ ਜਿਹੜੀਆਂ ਰਾਜਨੀਤਿਕ ਗਤੀਵਿਧੀਆਂ ਨੇ ਉਹ ਬਾਕੀ ਰਾਸ਼ਟਰਾਂ ਦੇ ਲਈ ਨੇ ਜਿਹੜੀਆਂ ਉਹ ਆਦਰਸ਼ ਸਾਬਿਤ ਹੋਣ। ਇਸ ਚੀਜ਼ ਤੇ ਵੀ ਜਿਹੜਾ ਹੁਣ ਦਾ ਯੁੱਗ ਹੈ ਉਹ ਜ਼ੋਰ ਦੇ ਰਿਹਾ, ਭਾਵੇਂ ਉਹ ਅਸੀਂ ਗੱਲ ਕਰੀਏ ਪੱਛਮੀ ਮੁਲਕਾਂ ਦੀ ਗੱਲ ਕਰੀਏ ਜਾਂ ਪੂਰਬੀ ਮੁਲਕਾਂ ਦੀ ਗੱਲ ਕਰੀਏ, ਤਾਂ ਉਹ ਵੀ ਕੀ ਨੇ ਕਿ ਆਪਣੇ ਰਾਸ਼ਟਰ ਨੂੰ ਆਪਣਾ ਰਾਜਨੀਤਿਕ ਜਿਹੜਾ ਵਿਕਾਸ ਹੈ ਬਾਕੀ ਰਾਸ਼ਟਰਾਂ ਨੂੰ ਦਿਖਾਉਂਦੇ ਨੇ ਜਾਂ ਬਾਕੀ ਦੇ ਵਿੱਚ ਇੱਕ ਮਾਣ ਮਹਿਸੂਸ ਕਰਦੇ ਨੇ। ਸੋ ਉਹੀ ਇਸ ਚੀਜ਼ ਦੀ ਜਿਹੜੀ ਲੋੜ ਹੈ। ਸੋ ਅਸੀਂ ਲਗਾਤਾਰ ਵਿਚਾਰ ਕਰ ਰਹੇ ਸੀ ਇਸ ਦੇ ਉੱਪਰ। ਸੋ ਅੱਜ ਜਿਹੜੀ ਅਸੀਂ ਪੁਆਇੰਟਸ ਦੇ ਉੱਪਰ ਗੱਲ ਕਰਨੀ ਹੈ ਉਹਦੇ ਵਿੱਚ ਹੈਗਾ ਕਿ ਰਾਜਨੀਤੀ ਸ਼ਾਸਤਰ ਦਾ ਅਧਿਐਨ ਦੀ ਜਿਹੜੀ ਲੋੜ ਹੈ ਜਾਂ ਉਹਦੀ ਮਹੱਤਤਾ ਇਹੀ ਹੈ ਕਿ ਕਾਨੂੰਨਾਂ ਦੀ ਜਾਣਕਾਰੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਪਹਿਲਾਂ ਕਿ ਰਾਜਨੀਤੀ ਸ਼ਾਸਤਰ ਦੇ ਅਧਿਐਨ ਤੋਂ ਜਾਂ ਰਾਜਨੀਤੀ ਸ਼ਾਸਤਰ ਦੇ ਆਪਾਂ ਕਹਿ ਲਈਏ ਕਿ ਵਿਚਾਰ ਕਰਨ ਤੋਂ ਸਾਨੂੰ ਸਿਧਾਂਤ ਦੇ ਬਾਰੇ ਪਤਾ ਲੱਗਦਾ ਜਦੋਂ ਅਸੀਂ ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਦੇ ਹਾਂ, ਤਾਂ ਉਸੇ ਨਾਲ ਕਿ ਸਾਨੂੰ ਕਾਨੂੰਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਹੁੰਦੀ ਹੈ ਕਿ ਭਾਵੇਂ ਉਹ ਕਾਨੂੰਨ ਨੇ ਜਿਹੜੇ ਉਹ ਕਿਸੇ ਖਾਸ ਖੇਤਰ ਦੇ ਨਾਲ ਸੰਬੰਧਿਤ ਹੋਣ, ਕਾਨੂੰਨ ਦੀ ਜਾਣਕਾਰੀ, ਕਿਉਂਕਿ ਫੰਡਾਮੈਂਟਲ ਰਾਈਟਸ ਨੇ ਸਾਡੀਆਂ ਫੰਡਾਮੈਂਟਲ ਡਿਊਟੀਜ਼ ਨੇ ਔਰ ਉਹ ਸਾਨੂੰ ਪਤਾ ਲੱਗਦਾ ਕਿ ਜਦੋਂ ਅਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਹੈ ਤਾਂ ਕਿਸ ਹੱਦ ਤੱਕ ਕਰ ਸਕਦੇ ਹਾਂ। ਇਹ ਨਹੀਂ ਹੈਗਾ ਕਿ ਜਿਸ ਤਰ੍ਹਾਂ ਸਾਨੂੰ ਸਾਡੇ ਸਿਧਾਂਤ ਦੇ ਵਿੱਚ ਇੱਕ ਆਜ਼ਾਦੀ ਦਿੱਤੀ ਗਈ ਹੈ, ਸੁਤੰਤਰਤਾ ਦਿੱਤੀ ਗਈ ਹੈ ਕਿ ਹਰ ਵਿਅਕਤੀ ਹੈ ਜਿਹੜਾ ਉਹ ਆਪਣੀ ਸੁਤੰਤਰਤਾ ਦੇ ਨਾਲ ਜਿਹੜਾ ਜੀਵਨ ਹੈ ਉਹ ਗੁਜ਼ਾਰ ਸਕਦਾ ਹੈ, ਉਹ ਆਪਣੀ ਸੁਤੰਤਰਤਾ ਦੇ ਨਾਲ ਘੁੰਮ ਫਿਰ ਸਕਦਾ ਹੈ, ਉਹ ਆਪਣੇ ਸੁਤੰਤਰਤਾ ਦੇ ਨਾਲ ਆਪਣੇ ਵਿਚਾਰ ਰੱਖ ਸਕਦਾ, ਪਰ ਉੱਥੇ ਉਹਦੀ ਸੁਤੰਤਰਤਾ ਕਿਤੇ ਨਾ ਕਿਤੇ ਜਾ ਕੇ ਸੀਮਤ ਵੀ ਹੋ ਜਾਂਦੀ ਹੈ। ਭਾਵ ਕਿ ਉਸ ਨੂੰ ਅਜਿਹੀ ਸੁਤੰਤਰਤਾ ਨਹੀਂ ਦਿੱਤੀ ਜਾਂਦੀ ਸੰਵਿਧਾਨ ਦੇ ਵਿੱਚ ਕਿ ਉਹ ਆਪਣੀ ਸੁਤੰਤਰਤਾ ਦੇ ਨਾਲ ਕਿਸੇ ਦੂਸਰੇ ਵਿਅਕਤੀ ਨੂੰ ਨੁਕਸਾਨ ਪਹੁੰਚਾਵੇ। ਉੱਥੇ ਕੀ ਹੋਊਗਾ, ਉੱਥੇ ਫਿਰ ਉਸ ਦਾ ਜਿਹੜੀ ਸਜ਼ਾ ਜਾਂ ਉਸ ਦਾ ਜਿਹੜਾ ਦੰਡ ਹੈ ਉਹ ਉਹਨੂੰ ਭੁਗਤਣਾ ਪੈ ਸਕਦਾ ਹੈ। ਕਿ ਸਾਨੂੰ ਇਸ ਚੀਜ਼ ਦੀ ਜਿਹੜੀ ਜਾਣਕਾਰੀ ਹੈ ਜਾਂ ਸਾਨੂੰ ਇਸ ਚੀਜ਼ ਦੇ ਬਾਰੇ ਜਿਹੜਾ ਜਦੋਂ ਅਸੀਂ ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਦੇ ਹਾਂ ਤਾਂ ਸਾਨੂੰ ਵੱਖ-ਵੱਖ ਧਾਰਾਵਾਂ ਦੇ ਬਾਰੇ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਧਾਰਾ ਜਿਹੜੀ ਕਸ਼ਮੀਰ ਦੇ ਵਿੱਚੋਂ ਹਟਾਈ ਗਈ ਆ 370, ਜਾਂ ਅਸੀਂ ਗੱਲ ਕਰੀਏ ਕਿ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਗੱਲ ਕਰੀਏ ਕਿ ਕਿਹੜੀ ਧਾਰਾ ਦੇ ਵਿੱਚ ਆਉਂਦੀਆਂ ਨੇ, ਰਾਜਪਾਲ ਦੀਆਂ ਸ਼ਕਤੀਆਂ ਦੀ ਗੱਲ ਕਰ ਸਕਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਫੈਡਰਲ ਇੱਕ ਢਾਂਚਾ ਜਿਹੜਾ ਸਾਡਾ ਸੰਘੀ ਢਾਂਚਾ ਉਸ ਦੇ ਵਿੱਚ ਇੱਕ ਜਿਹੜਾ ਰਾਜ ਹੈ ਉਹਦੀ ਕੀ ਭੂਮਿਕਾ ਹੁੰਦੀ ਹੈ, ਸੈਂਟਰ ਦੀ ਕੀ ਭੂਮਿਕਾ ਹੁੰਦੀ ਹੈ, ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹ ਕਿਵੇਂ ਚੁਣੇ ਜਾਂਦੇ ਨੇ ਜਾਂ ਉਸ ਦੇ ਲਈ ਕੀ ਰਿਸੀਵਰਟੀਜ਼ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਪਾਵਰਸ ਨੇ ਉਹ ਕਿਹੜੀਆਂ ਹੁੰਦੀਆਂ ਨੇ। ਸੋ ਬਹੁਤ ਸਾਰੀਆਂ ਗੱਲਾਂ ਨੇ ਕਾਨੂੰਨ ਨੂੰ ਲੈ ਕੇ, ਭਾਵੇਂ ਉਹ ਇੱਕ ਵਿਅਕਤੀ ਦੀ ਗੱਲ ਹੋਵੇ ਤੇ ਭਾਵੇਂ ਕਿਸੇ ਨੇਤਾ ਦੀ ਗੱਲ ਹੋਵੇ, ਤਾਂ ਉੱਤੇ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਕਾਨੂੰਨ ਦੇ ਬਾਰੇ ਜੋ ਵੱਖ-ਵੱਖ ਹਰ ਪੱਖ ਦੇ ਲਈ ਜਿਹੜੇ ਸੰਵਿਧਾਨ ਦੇ ਵਿੱਚ ਕਾਨੂੰਨ ਬਣੇ ਹੁੰਦੇ ਨੇ, ਵੱਖ-ਵੱਖ ਜਿਹੜੀਆਂ ਧਾਰਾਵਾਂ ਹੁੰਦੀਆਂ ਨੇ ਉਹ ਲਗਾਈਆਂ ਜਾਂਦੀਆਂ ਨੇ।
144 ਕੀ ਹੁੰਦੀ ਆ, ਉਹ ਕਿਵੇਂ ਲਗਾਈ ਜਾਂਦੀ ਆ, ਕਿ ਭਾਵ ਸਾਨੂੰ ਉਸ ਚੀਜ਼ ਦੇ ਬਾਰੇ ਜਾਣਕਾਰੀ ਮਿਲਦੀ ਹੈ। ਕਿਉਂਕਿ ਕਾਨੂੰਨ ਦੀ ਜਾਣਕਾਰੀ ਹੈ ਜਿਹੜੀ, ਫਿਰ ਇਹ ਸਾਨੂੰ ਰਾਸ਼ਟਰ ਦੀ ਜਾਣਕਾਰੀ ਹੁੰਦੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਡੇ ਦੇਸ਼ ਦੇ ਬਾਰੇ ਬਹੁਤ ਕੁਝ ਪਤਾ, ਪਰ ਜੇ ਅਸੀਂ ਕਾਨੂੰਨਾਂ ਤੋਂ ਸਿੱਖਣੇ ਆ ਕਿ ਸਾਡੇ ਦੇਸ਼ ਦੇ ਵਿੱਚ ਕਿਹੜਾ ਕਾਨੂੰਨ ਲਾਗੂ ਆ, ਜ਼ਮੀਨ ਨੂੰ ਲੈ ਕੇ ਕਿਹੜਾ ਕਾਨੂੰਨ ਹੈ, ਐਜੂਕੇਸ਼ਨ ਨੂੰ ਲੈ ਕੇ ਕਿਹੜਾ ਕਾਨੂੰਨ ਹੈ, ਠੀਕ ਹੈ, ਇਸ ਚੀਜ਼ ਨੂੰ ਔਰ ਕਹਿ ਲਓ ਕਿ ਜਦੋਂ ਸਾਨੂੰ ਕਾਨੂੰਨ ਦੀ ਜਾਣਕਾਰੀ ਹੁੰਦੀ ਹੈ ਇੱਕ ਨਾਗਰਿਕ ਨੂੰ, ਉਹ ਉਸ ਕਾਨੂੰਨ ਦੇ ਵਿੱਚ ਰਹਿ ਕੇ ਉਹਨੇ ਕਿਵੇਂ ਕਾਰਜ ਕਰਨਾ, ਠੀਕ ਹੈ ਨਾ, ਉਸ ਦੀ ਸੁਣਵਾਈ ਕਿੱਥੇ ਹੋ ਸਕਦੀ ਆ, ਸੋ ਫਿਰ ਹੀ ਉਸ ਨੂੰ ਆਦਰਸ਼ ਨਾਗਰਿਕ ਕਿਹਾ ਜਾ ਸਕਦਾ ਜਾਂ ਇੱਕ ਜਾਗਰੂਕ ਨਾਗਰਿਕ ਕਿਹਾ ਜਾ ਸਕਦਾ। ਜੇਕਰ ਉਹ ਸਾਰੇ ਆਪਣੇ ਦੇਸ਼ ਦੀ ਹਿਸਟਰੀ ਦੇ ਬਾਰੇ ਜਾਣਦਾ ਹੋਵੇ, ਆਪਣੇ ਦੇਸ਼ ਦੇ ਸਮਾਜਿਕ ਢਾਂਚੇ ਦੇ ਬਾਰੇ ਜਾਣਦਾ ਹੋਵੇ ਔਰ ਆਪਣੇ ਦੇਸ਼ ਦੇ ਖੇਤਰਫਲ ਦੇ ਬਾਰੇ ਜਾਣਦਾ ਹੋਵੇ, ਉੱਥੋਂ ਦੇ ਪ੍ਰੋਡਕਟ ਜਾਂ ਉੱਥੋਂ ਦੀ ਪੈਦਾਵਾਰ ਦੇ ਬਾਰੇ ਜਾਣਦਾ ਹੋਵੇ, ਪਰ ਉਸ ਨੂੰ ਕਾਨੂੰਨਾਂ ਦਾ ਨਹੀਂ ਪਤਾ, ਤਾਂ ਸਾਨੂੰ ਉੱਥੇ ਕਿਤੇ ਨਾ ਕਿਤੇ ਲੱਗੇਗਾ ਕਿ ਉਸ ਦਾ ਜਿਹੜਾ ਰਾਜਨੀਤਿਕ ਪੱਖ ਹੈ ਜਾਂ ਇੱਕ ਕਹਿ ਲਓ ਕਿ ਰਾਜਨੀਤਿਕ ਜਿਹੜੀ ਜਾਣਕਾਰੀ ਆ, ਉਹ ਕਿਤੇ ਨਾ ਕਿਤੇ ਉਹ ਅਧੂਰੀ ਆ। ਕਿਉਂਕਿ ਰਾਜਨੀਤਿਕ ਜਾਣਕਾਰੀ ਹੈ ਜਿਹੜੀ ਕਾਨੂੰਨਾਂ ਤੋਂ ਬਿਨਾਂ ਅਧੂਰੀ ਹੁੰਦੀ ਆ। ਸਾਨੂੰ ਪਤਾ ਹੋਣਾ ਚਾਹੀਦਾ ਕਿ ਸੜਕ ਦੇ ਨਾਲ ਸੰਬੰਧ, ਜਦੋਂ ਅਸੀਂ ਸੜਕ ਦੇ ਉੱਪਰ ਤੁਰਦੇ ਹਾਂ ਤਾਂ ਜਾਂ ਅਸੀਂ ਸੜਕ ਦੇ ਉੱਪਰ ਕਹਿ ਲਓ ਕਿ ਉਸਦੇ ਕੋਈ ਨਿਯਮ ਹੁੰਦੇ ਨੇ ਕਿ ਅਸੀਂ ਖੱਬੇ ਪਾਸੇ ਤੁਰਨਾ, ਸੱਜੇ ਪਾਸੇ ਤੁਰਨਾ, ਕਿੱਥੋਂ ਅਸੀਂ ਟਰਨ ਲੈਣੀ ਆ, ਠੀਕ ਹੈ, ਉਹ ਸਾਰੀਆਂ ਇੱਕ ਨਿਯਮ ਹੁੰਦੇ ਨੇ। ਉਸੇ ਤਰ੍ਹਾਂ ਜਦੋਂ ਅਸੀਂ ਕਿਸੇ ਰਾਸ਼ਟਰ ਦੇ ਵਿੱਚ ਵਿਚਰਦੇ ਹਾਂ, ਜਿਸ ਤਰ੍ਹਾਂ ਅਸੀਂ ਕਿਸੇ ਰਸਤੇ ਦੇ ਵਿੱਚ ਵਿਚਰਦੇ ਹਾਂ, ਸੜਕ ਦੇ ਉੱਪਰ ਵਿਚਰਦੇ ਹਾਂ, ਤਾਂ ਉੱਥੋਂ ਦੇ ਨਿਯਮ ਹੁੰਦੇ ਨੇ ਕਿ ਅਸੀਂ ਸੱਜੇ ਪਾਸੇ ਨਹੀਂ ਜਾਣਾ ਜਾਂ ਖੱਬੇ ਪਾਸੇ ਨਹੀਂ ਜਾਣਾ। ਉਸੇ ਤਰੀਕੇ ਨਾਲ ਜਦੋਂ ਅਸੀਂ ਰਾਸ਼ਟਰ ਦੇ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਵੀ ਉੱਥੇ ਜਿਹੜੇ ਕੁਝ ਨਾ ਕੁਝ ਨਿਯਮ ਨੇ ਜਿਹੜੇ ਸਾਨੂੰ ਫੋਲੋ ਕਰਨੇ ਪੈਂਦੇ ਨੇ। ਜਿਸ ਤਰ੍ਹਾਂ ਕਿ ਵੋਟ ਦਾ ਅਸੀਂ ਗੱਲ ਕਰੀਏ ਕਿ ਜਦੋਂ ਅਸੀਂ 18 ਸਾਲ ਦੇ ਹੋ ਜਾਂਦੇ ਹਾਂ ਤਾਂ ਸਾਨੂੰ ਇਹ ਭਲੀਭਾਂਤੀ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਆਪਣੀ ਵੋਟ ਨੂੰ ਰਜਿਸਟਰ ਕਰਾਈਏ, ਜਾਂ ਸਾਡਾ ਜਿਹੜਾ ਵੋਟ ਕਰਨਾ ਜਾਂ ਵੋਟ ਪਾਉਣੀ, ਮਤਦਾਨ ਕਰਨਾ, ਉਹ ਇੱਕ ਸਾਡਾ ਅਧਿਕਾਰ ਹੈ, ਉਸ ਨੂੰ ਕੋਈ ਖੋਹ ਨਹੀਂ ਸਕਦਾ ਜਾਂ ਉਸ ਨੂੰ ਕਿਸੇ ਦਬਾਅ ਦੇ ਵਿੱਚ ਆ ਕੇ ਅਸੀਂ ਕਿਸੇ ਪਾਸੇ ਵੋਟ ਨਹੀਂ ਕਰ ਸਕਦੇ। ਅਸੀਂ ਆਪਣੀ ਮਰਜ਼ੀ ਦੇ ਨਾਲ ਵੋਟ ਕਰ ਸਕਦੇ ਹਾਂ, ਭਾਵੇਂ ਇਹ ਇੱਥੋਂ ਦਾ ਕਾਨੂੰਨ ਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਵੋਟ ਕਰ ਸਕਦੇ ਹਾਂ, ਸਾਡਾ ਅਧਿਕਾਰ ਹੈ ਉਹਦੇ ਉੱਪਰ, ਅਸੀਂ ਕਿਸੇ ਵੀ ਪ੍ਰਤੀਨਿਧੀ ਨੂੰ ਚੁਣ ਸਕਦੇ ਹਾਂ। ਤਾਂ ਉਹ ਉਸ ਚੀਜ਼ ਦੇ ਬਾਰੇ ਜਿਹੜੀ ਇੱਕ ਸਧਾਰਨ ਆਪਾਂ ਕਹਿ ਲਓ ਕਿ ਜਾਣਕਾਰੀ ਜਾਂ ਕਹਿ ਲਓ ਕਿ ਇੱਕ ਉਸ ਦੇ ਕਾਨੂੰਨ ਦੇ ਬਾਰੇ, ਉਹ ਵੀ ਇੱਕ ਕਾਨੂੰਨ ਹੈ ਕਿ ਸਾਨੂੰ ਆਜ਼ਾਦੀ ਹੈ ਕਿ ਉਹ ਇੱਕ ਛੋਟੇ ਜਿਹੇ ਅਸੀਂ ਕਿ ਇੱਕ ਸਧਾਰਨ ਵਿਅਕਤੀ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਵੋਟ ਆਪਣੀ ਮਰਜ਼ੀ ਨਾਲ ਕਰਨੀ ਹੈ, ਕਿ ਭਾਵੇਂ ਉਸ ਨੂੰ ਵੱਖਰੀ ਗਿਆਨ ਹੋਵੇ ਜਾਂ ਨਾ ਹੋਵੇ, ਉਸ ਨੂੰ ਦੱਸਿਆ ਜਾਂਦਾ ਕਿ ਭਾਵ ਉਹਨੂੰ ਅਹਿਸਾਸ ਹੁੰਦਾ ਹੈ ਇੱਥੋਂ ਤੱਕ ਦੀ ਆਜ਼ਾਦੀ ਦਾ ਕਿ ਇਹ ਵੋਟ ਮੇਰੀ ਹੈ, ਇਹ ਵੋਟ ਨੂੰ ਮੈਂ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਮੈਂ ਦਿਮਾਗ ਦੇ ਨਾਲ ਜਾਂ ਆਪਣੇ ਮਤ ਦੇ ਨਾਲ ਇਸ ਦੀ ਵਰਤੋਂ ਕਰਨੀ ਹੈ। ਇਹ ਵੀ ਇੱਕ ਕਾਨੂੰਨ ਦੀ ਜਾਣਕਾਰੀ ਹੈ। ਸੋ ਇਸ ਤੋਂ ਇਲਾਵਾ ਇਸ ਨੂੰ ਹੋਰ ਢੰਗਾਈ ਦੀ ਅਸੀਂ ਗੱਲ ਕਰੀਏ, ਵੱਖ-ਵੱਖ ਧਰਾਵਾਂ ਦੇ ਬਾਰੇ ਜਾਣਕਾਰੀ, ਜਾਂ ਉਹ ਸਟੇਟ ਨੂੰ ਲੈ ਕੇ ਹੋਣ, ਉਹ ਸੈਂਟਰ ਨੂੰ ਲੈ ਕੇ ਹੋਣ, ਕਿਸੇ ਖਾਸ ਖੇਤਰ ਨੂੰ ਲੈ ਕੇ ਹੋਣ, ਐਜੂਕੇਸ਼ਨ ਦਾ ਖੇਤਰ ਹੋ ਸਕਦਾ, ਹੈਲਥ ਦਾ ਖੇਤਰ ਹੋ ਸਕਦਾ, ਔਰ ਕਹਿ ਲਓ ਕਿ ਜ਼ਮੀਨੀ ਕੋਈ ਹੋਰ ਕੋਈ ਵੀ ਕਹਿ ਲਓ ਕਿ ਪੱਖ ਹੈ ਜਿਹੜਾ ਜਾਂ ਕੋਈ ਖੇਤਰ ਹੋ ਸਕਦਾ, ਉਹਦੇ ਨਾਲ ਸੰਬੰਧਿਤ ਵੱਖ-ਵੱਖ ਜਿਹੜੇ ਕਾਨੂੰਨ ਨੇ ਉਹ ਸੰਵਿਧਾਨ ਦੇ ਵਿੱਚ ਦਰਜ ਹੁੰਦੇ ਨੇ, ਔਰ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਰਾਜਨੀਤਿਕ ਅਧਿਐਨ ਦੇ ਨਾਲ ਪ੍ਰਾਪਤ ਹੁੰਦੀ ਹੈ, ਜਾਂ ਉਹਨਾਂ ਦੀ ਜਾਣਕਾਰੀ ਲਈ ਸਾਨੂੰ ਰਾਜਨੀਤਿਕ ਅਧਿਐਨ ਆ ਜਿਹੜਾ ਉਹ ਕਰਨਾ ਪੈਂਦਾ, ਫਿਰ ਹੀ ਸਾਨੂੰ ਜਿਹੜੀ ਕਾਨੂੰਨਾਂ ਦੀ ਜਾਣਕਾਰੀ ਹੁੰਦੀ ਹੈ। ਸੋ ਇਸ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ। ਅੱਜ ਦੇ ਸਮੇਂ ਦੇ ਵਿੱਚ ਹਰ ਨਾਗਰਿਕ ਨੂੰ ਆਪਣੇ ਰਾਸ਼ਟਰ ਦੇ ਜਿਹੜੇ ਕਾਨੂੰਨਾਂ ਦੀ ਜਾਣਕਾਰੀ ਹੈ ਉਹ ਹੋਣੀ ਚਾਹੀਦੀ ਹੈ। ਹੁਣ ਤਾਂ ਜਿਹੜਾ ਯੁੱਗ ਹੈ ਉਹ ਅੰਤਰਰਾਸ਼ਟਰੀ ਹੈਗਾ। ਜਿਸ ਤਰ੍ਹਾਂ ਅਸੀਂ ਗੱਲ ਕਰੀ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਇੱਕ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਸਟੱਡੀ ਕਰਦੇ ਨੇ, ਤਾਂ ਉਹ ਕੀ ਕਹਿੰਦੇ ਕੁਝ ਕਾਨੂੰਨਾਂ ਦੇ ਬਾਰੇ ਉਹ ਸਧਾਰਨ ਜਿਹੀ ਜਾਣਕਾਰੀ ਹੈ ਜਿਹੜੀ ਉਹ ਪਹਿਲਾਂ ਤੋਂ ਪ੍ਰਾਪਤ ਕਰ ਲੈਂਦੇ ਨੇ ਕਿ ਉਸ ਰਾਸ਼ਟਰ ਦੇ ਵਿੱਚ, ਉਸ ਦੇਸ਼ ਦੇ ਵਿੱਚ ਇਹ ਕਾਨੂੰਨ ਲਾਗੂ ਆ, ਉੱਥੇ ਅਸੀਂ ਐਵੇਂ ਕਰ ਸਕਦੇ ਹਾਂ, ਉੱਥੇ ਅਸੀਂ ਇੰਨੇ ਘੰਟੇ ਕੰਮ ਕਰ ਸਕਦੇ ਹਾਂ, ਉੱਥੇ ਸਾਨੂੰ ਕਿੰਨਾ ਟੈਕਸ ਦੇਣਾ ਪੈ ਸਕਦਾ। ਤਾਂ ਬਹੁਤ ਸਾਰੀਆਂ ਜਿਹੜੀ ਜਾਣਕਾਰੀ ਆ ਹੁਣ ਤਾਂ ਇੱਕ ਰਾਸ਼ਟਰ ਤੋਂ ਉੱਠ ਕੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਅਧਿਐਨ ਦੀ ਕਹਿ ਲਓ ਕਿ ਜਾਣਕਾਰੀ ਪ੍ਰਾਪਤ ਕਰਨ ਦਾ ਯੁੱਗ ਹੈ, ਜਾਂ ਜਾਣਨ ਦਾ ਯੁੱਗ ਹੈ, ਜਾਂ ਕਹਿ ਲਓ ਕਿ ਇੱਕ ਜਿਹੜਾ ਪੂਰਾ ਵਿਸ਼ਵ ਹੈ ਉਹ ਇੱਕ ਰਾਸ਼ਟਰ ਦੀ ਜਿਹੜਾ ਰੂਪ ਧਾਰਨ ਕਰ ਰਿਹਾ, ਕਿ ਭਾਵ ਅਸੀਂ ਦੂਸਰੇ ਮੁਲਕਾਂ ਦੇ ਵਿੱਚ ਜਾਂਦੇ ਹਾਂ, ਦੂਸਰੇ ਮੁਲਕਾਂ ਦੇ ਕਾਨੂੰਨਾਂ ਨੂੰ ਫੋਲੋ ਕਰਦੇ ਹਾਂ, ਔਰ ਉਹਨਾਂ ਦੇ ਬਾਰੇ ਇੱਥੇ ਬੈਠ ਕੇ ਹੋਏ ਵੀ ਉੱਥੇ ਦੇ ਬਾਰੇ ਜਾਣਦੇ ਹਾਂ। ਸੋ ਇਹ ਸਾਰਾ ਹੀ ਕਹਿ ਲਓ ਕਿ ਇੱਕ ਹਿੱਸਾ ਜਿਹੜਾ ਉਹ ਰਾਜਨੀਤਿਕ ਅਧਿਐਨ ਦਾ ਹਿੱਸਾ, ਜਾਂ ਅਸੀਂ ਕਾਨੂੰਨਾਂ ਦੇ ਬਾਰੇ ਜਾਣਨ ਦੇ ਲਈ ਅਸੀਂ ਰਾਜਨੀਤਿਕ ਅਧਿਐਨ ਕਰਦੇ ਹਾਂ। ਕਈ ਵਾਰ ਕੀ ਹੁੰਦਾ, ਇਹ ਕਿਹਾ ਜਾਂਦਾ ਕਿ ਨਹੀਂ ਜੀ, ਜਦੋਂ ਅਸੀਂ ਕਾਨੂੰਨ ਦੀ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਕੇਵਲ ਤੇ ਕੇਵਲ ਜਿਹੜਾ
ਕਾਨੂੰਨੀ ਖੇਤਰ ਆ ਜਾਂ ਜਿਹੜਾ ਸਾਡਾ ਲਾਅ ਦੀ ਸਟੱਡੀ ਹੈ ਸਾਨੂੰ ਉਹੀ ਜ਼ਰੂਰੀ ਹੈ। ਪਰ ਨਹੀਂ, ਕਿਤੇ ਨਾ ਕਿਤੇ ਹੁੰਦਾ ਕਿ ਰਾਜਨੀਤਿਕ ਇਤਿਹਾਸ ਦੇ ਵਿੱਚ ਕੁਝ ਖਾਸ ਖੇਤਰ, ਕੁਝ ਅਜਿਹੇ ਫੈਸਲੇ ਹੁੰਦੇ ਨੇ ਅਦਾਲਤਾਂ ਦੇ ਜਾਂ ਕਹਿ ਲਓ ਕਿ ਕਿਸੇ ਖਾਸ ਸਰਕਾਰਾਂ ਦੇ ਜੋ ਉਸ ਸਮੇਂ ਦੀਆਂ ਹੁੰਦੀਆਂ ਨੇ, ਜਿਸ ਸਮੇਂ ਅਦਾਲਤ ਫੈਸਲਾ ਕਰਦੀ ਹੈ, ਉਹ ਕਈ ਵਾਰੀ ਉਹ ਫੈਸਲੇ ਨੇ ਜਿਹੜੇ ਉਹ ਫੈਸਲੇ ਵੀ ਕਾਨੂੰਨ ਬਣ ਜਾਂਦੇ ਨੇ ਜਾਂ ਉਹਨਾਂ ਨੂੰ ਇੱਕ ਐਵੀਡੈਂਸ ਦੇ ਤੌਰ ਤੇ ਉਹ ਫੈਸਲਿਆਂ ਨੂੰ ਵਰਤ ਲਿਆ ਜਾਂਦਾ ਜਾਂ ਉਹਨਾਂ ਦੇ ਬਾਰੇ ਅਧਿਐਨ ਕੀਤਾ ਜਾਂਦਾ। ਸੋ ਇਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਸਾਨੂੰ ਰਾਜਨੀਤਿਕ ਖੇਤਰ ਤੋਂ ਅਧਿਐਨ ਤੋਂ ਹੀ ਪ੍ਰਾਪਤ ਹੈ ਜਿਹੜੀ ਉਹ ਹੁੰਦੀ ਹੈ। ਸੋ ਇਸ ਤਰ੍ਹਾਂ ਬਹੁਤ ਸਾਰਾ ਤਜਰਬਾ ਕਾਨੂੰਨ ਦੇ ਖੇਤਰ ਦੇ ਵਿੱਚ, ਰਾਜਨੀਤਿਕ ਖੇਤਰ ਦੇ ਵਿੱਚ ਹੈ ਜਿਹੜਾ ਸਾਨੂੰ ਕਾਨੂੰਨਾਂ ਦੀ ਜਾਣਕਾਰੀ ਦਿੰਦਾ ਔਰ ਵੱਧ ਤੋਂ ਵੱਧ ਜਿਹੜਾ ਸਾਨੂੰ ਕਹਿ ਲਓ ਕਿ ਜਿਹੜਾ ਕਾਨੂੰਨੀ ਖੇਤਰ ਜਾਂ ਕਾਨੂੰਨੀ ਪੱਖ ਆ ਜਿਹੜਾ ਜਾਂ ਕਹਿ ਲਓ ਕਿ ਇੱਕ ਰਾਜਨੀਤਿਕ ਕਹਿ ਲਓ ਕਿ ਜਿਹੜੀ ਰਾਜਨੀਤਿਕ ਖੇਤਰ ਉਸ ਦੇ ਵਿੱਚੋਂ ਸਾਨੂੰ ਜਿਹੜਾ ਇਹ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਦੀ ਜਾਣਕਾਰੀ ਕਾਨੂੰਨੀ ਖੇਤਰ ਦੀ। ਸੋ ਇਸ ਤਰ੍ਹਾਂ ਜਿਹੜਾ ਰਾਜਨੀਤਿਕ ਸ਼ਾਸਤਰ ਦਾ ਅਧਿਐਨ ਹੈ ਉਹ ਕਾਨੂੰਨਾਂ ਦੇ ਬਾਰੇ ਜਾਂ ਕਹਿ ਲਓ ਕਿ ਕਾਨੂੰਨੀ ਖੇਤਰ ਦੇ ਬਾਰੇ ਹੈ ਜਿਹੜਾ ਉਹ ਲਗਾਤਾਰ ਸਹਿ ਸੰਬੰਧ ਹੋਣ ਦੇ ਨਾਲ ਕੀ ਹੈ ਜਿਹੜਾ ਲਗਾਤਾਰ ਭਾਵੇਂ ਉਹ ਰਾਜਨੀਤਿਕ ਖੇਤਰ ਦੀ ਗੱਲ ਹੋਵੇ ਭਾਵੇਂ ਉਹ ਕਾਨੂੰਨੀ ਖੇਤਰ ਦੀ ਗੱਲ ਹੋਵੇ, ਉਹ ਸਹਿ ਸੰਬੰਧਤਾ ਦੇ ਨਾਲ ਜਿਹੜਾ ਗਿਆਨ ਦਾ ਆਦਾਨ ਪ੍ਰਦਾਨ ਉਹ ਹੁੰਦਾ ਹੈ। ਔਰ ਅਸੀਂ ਅਗਲੀ ਗੱਲ ਕਰੀਏ ਕਿ ਰਾਜਨੀਤਿਕ ਸ਼ਾਸਤਰ ਦੇ ਅਧਿਐਨ ਦੇ ਵਿੱਚ ਸਾਨੂੰ ਇਸ ਚੀਜ਼ ਦੇ ਬਾਰੇ ਪਤਾ ਲੱਗਦਾ ਕਿ ਰਾਸ਼ਟਰਵਾਦ, ਰਾਸ਼ਟਰੀ ਤਰੱਕੀ ਕੀ ਹੁੰਦੀ ਆ, ਰਾਸ਼ਟਰ ਦੀ ਇੱਕ ਚੰਗਾ ਨਾਗਰਿਕ ਬਣਨਾ, ਦੇਸ਼ ਭਗਤੀ ਕੀ ਹੁੰਦੀ ਹੈ, ਉਹ ਸਾਨੂੰ ਰਾਜਨੀਤਿਕ ਅਧਿਐਨ ਤੋਂ ਸਾਨੂੰ ਉਸ ਚੀਜ਼ ਦੇ ਬਾਰੇ ਪਤਾ ਲੱਗਦਾ। ਕਿਉਂਕਿ ਉਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਹੁੰਦੀ ਹੈ ਕਿ ਜਦੋਂ ਇੱਕ ਜਿਹੜੇ ਨਾਗਰਿਕ ਨੇ ਉਹ ਜਾਗਰੂਕ ਹੁੰਦੇ ਨੇ ਰਾਸ਼ਟਰਵਾਦੀ ਸੋਚ ਜਾਂ ਰਾਸ਼ਟਰ ਦੀ ਤਰੱਕੀ ਦੇ ਲਈ। ਅਸੀਂ ਇੱਥੇ ਰਾਸ਼ਟਰੀ ਤਰੱਕੀ ਦੀ ਗੱਲ ਕਰਾਂਗੇ। ਰਾਸ਼ਟਰੀ ਤਰੱਕੀ ਇੱਕ ਜਿਹੜਾ ਰਾਸ਼ਟਰ ਹੈ ਉਹ ਫੇਰ ਹੀ ਤਰੱਕੀ ਕਰਦਾ ਜੇ ਉਹ ਹਰ ਪੱਖ ਤੋਂ ਉਸਦਾ ਵਿਕਾਸ ਹੋ ਰਿਹਾ। ਹੁਣ ਅਸੀਂ ਗੱਲ ਕਰੀਏ ਕਿ ਇਕੱਲੀ ਆਰਥਿਕ ਵਿਕਾਸ ਦੀ, ਅਸੀਂ ਕਦੇ ਨਾ ਕਿਤੇ ਜਿਹੜਾ ਵਿਕਾਸ ਹੈ ਕਦੇ ਕਿਤੇ ਨਾ ਅਸੀਂ ਸਿੱਧੇ ਤੌਰ ਤੇ ਆਰਥਿਕਤਾ ਦੇ ਨਾਲ ਜੋੜ ਦਿੰਦੇ ਹਾਂ। ਸਮਾਜਿਕ ਪੱਖ ਤੋਂ ਵੀ ਰਾਸ਼ਟਰ ਦਾ ਵਿਕਾਸ ਹੋਣਾ ਚਾਹੀਦਾ ਹੈ ਔਰ ਰਾਜਨੀਤਿਕ ਪੱਖ ਤੋਂ ਵੀ ਵਿਕਾਸ ਹੋਣਾ ਚਾਹੀਦਾ ਹੈ, ਆਰਥਿਕ ਪੱਖ ਤੋਂ ਵੀ ਵਿਕਾਸ ਹੋਣਾ ਚਾਹੀਦਾ, ਫਿਰ ਹੀ ਜਿਹੜਾ ਰਾਸ਼ਟਰ ਨੂੰ ਅਸੀਂ ਤਰੱਕੀ ਕਵਾਂਗੇ ਇਸ ਰਾਸ਼ਟਰ ਨੇ ਤਰੱਕੀ ਕੀਤੀ ਹੈ। ਹੁਣ ਜਿਹੜਾ ਅਸੀਂ ਗੱਲ ਕਰੀਏ ਕਿ ਕਈ ਜਿਹੜੇ ਰਾਸ਼ਟਰ ਹੁੰਦੇ ਨੇ ਉਹਨਾਂ ਕੋਲ ਪੈਸਾ ਬਹੁਤ ਹੁੰਦਾ, ਆਰਥਿਕ ਤੌਰ ਤੇ ਬਹੁਤ ਜ਼ਿਆਦਾ ਉਹਨਾਂ ਕੋਲ ਧਨ ਮਾਲ ਬਹੁਤ ਸਾਰਾ ਹੁੰਦਾ, ਬਹੁਤ ਸਾਰੇ ਕੰਪਨੀਆਂ ਹੁੰਦੀਆਂ ਨੇ ਉੱਥੇ, ਬਹੁਤ ਸਾਰੇ ਉਹਨਾਂ ਦੇ ਕਾਰਖਾਨੇ ਹੁੰਦੇ ਨੇ ਜਾਂ ਕੁਦਰਤੀ ਤੌਰ ਤੇ ਜਿਹੜੇ ਕੁਝ ਰਾਸ਼ਟਰ ਨੇ ਜਿਹੜੇ ਅਮੀਰ ਹੁੰਦੇ, ਪਰ ਉੱਥੇ ਕਈ ਵਾਰੀ ਰਾਜਨੀਤਿਕ ਉਥਲ-ਪੁਥਲ ਹੁੰਦੀ ਹੈ ਜਿਹੜੀ, ਜਾਂ ਰਾਜਨੀਤਿਕ ਜਿਹੜੀਆਂ ਗੈਰ ਜ਼ਿੰਮੇਦਾਰ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ, ਗੈਰ ਜ਼ਿੰਮੇਵਾਰ ਜਿਹੜੇ ਉੱਥੋਂ ਦੇ ਲੀਡਰ ਹੁੰਦੇ ਨੇ, ਉਹ ਕੀ ਕਰਦੇ ਨੇ ਕਿ ਉੱਥੇ ਉਹ ਅੱਛਾ ਪ੍ਰਸ਼ਾਸਨ ਨਹੀਂ ਚਲਾ ਪਾਉਂਦੇ ਹੈਗੇ, ਅੱਛੇ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਸੁੱਖ ਸਹੂਲਤਾਂ ਨਹੀਂ ਦੇ ਸਕਦੇ ਜਾਂ ਲੋਕਾਂ ਨੂੰ ਉੱਥੋਂ ਦੇ ਕੋਈ ਜਿਹੜੇ ਉਹਨਾਂ ਦੇ ਅਧਿਕਾਰ ਹੈਗੇ ਆ ਉਹ ਨਹੀਂ ਦਿੰਦੇ ਜਾਂ ਉਹਨਾਂ ਦੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਕੀਤੀ ਜਾਂਦੀ ਹੈ ਲੋਕਾਂ ਦੀ ਜਾਂ ਲੋਕਾਂ ਦੇ ਉੱਪਰ ਦਬਾਅ ਪਾ ਕੇ ਰੱਖੇ ਜਾਂਦੇ ਜਾਂ ਉੱਥੇ ਤਾਨਾਸ਼ਾਹੀ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਰਾਜ ਕੀਤਾ ਜਾਂਦਾ। ਸੋ ਉਸ ਨੂੰ ਅਸੀਂ ਇੱਕ ਰਾਸ਼ਟਰ ਨੂੰ ਤਰੱਕੀ ਨਹੀਂ ਕਹਾਂਗੇ ਕਿਉਂਕਿ ਉਹਦਾ ਜਿਹੜਾ ਰਾਜਨੀਤਿਕ ਪੱਖ ਕਮਜ਼ੋਰ ਹੋ ਗਿਆ। ਕਈ ਵਾਰ ਕਿਸੇ ਦੇਸ਼ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਬਹੁਤ ਜ਼ਿਆਦਾ ਭ੍ਰਿਸ਼ਟ ਹੁੰਦੇ ਨੇ ਔਰ ਉਹ ਕੀ ਕਰਦੇ ਨੇ ਕਿ ਆਪਣੇ ਨਿੱਜੀ ਸੁੱਖਾਂ ਦੇ ਲਈ ਜਾਂ ਆਪਣੇ ਕਹਿ ਲਓ ਕਿ ਭ੍ਰਿਸ਼ਟ ਨੀਤੀ ਦੇ ਨਾਲ ਉਹ ਕੀ ਕਰਦੇ ਨੇ ਕਿ ਉੱਥੋਂ ਦਾ ਜਿਹੜਾ ਉੱਥੋਂ ਦਾ ਜਿਹੜੇ ਅਮਾਨਤ ਹੁੰਦੀ ਹੈ ਉਸ ਦੇਸ਼ ਦੀ, ਭਾਵੇਂ ਉਹ ਉੱਥੋਂ ਦੀ ਭੂਮੀ ਹੋਵੇ, ਭਾਵੇਂ ਉੱਥੋਂ ਦੀ ਫਸਲ ਹੋਵੇ, ਕੋਈ ਵੀ ਪ੍ਰੋਡਕਸ਼ਨ ਹੈ ਜਿਹੜੀ ਕਿਸੇ ਦੇਸ਼ ਦੀ ਹੁੰਦੀ ਹੈ ਉਸ ਨੂੰ ਵੇਚ ਦਿੰਦੇ ਨੇ, ਕੰਪਨੀਜ਼ ਨੂੰ ਵੇਚਦਾ, ਕਿਸੇ ਦੂਸਰੇ ਮੁਲਕ ਨੂੰ ਵੇਚਦਾ ਤਾਂ ਜਾਂ ਉਸ ਨੂੰ ਗਿਰਵੀ ਰੱਖ ਦਿੰਦੇ ਨੇ, ਉਸ ਨੂੰ ਗਹਿਣੇ ਰੱਖ ਕੇ ਕੀ ਕਰਦੇ ਨੇ ਕਿ ਆਪਣੀਆਂ ਨਿੱਜੀ ਸੁੱਖ ਸਹੂਲਤਾਂ ਦੇ ਲਈ ਜਾਂ ਆਪਣੇ ਨਿੱਜੀ ਜਿਹੜੇ ਉਹਨਾਂ ਦੇ ਹੁੰਦੇ ਨੇ ਉਹਨਾਂ ਦੇ ਮਹਿਸੂਸ ਕਰਦੇ ਨੇ ਉਹ ਕਿ ਸਾਡੇ ਹੀ ਨਿੱਜੀ ਹਿੱਤ ਨੇ, ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕਰਦੇ ਨੇ, ਉਹ ਦੇਸ਼ ਦੇ ਹਿੱਤਾਂ ਨੂੰ ਨਹੀਂ ਦੇਖਦੇ ਹੈਗੇ ਤਾਂ ਉਹ ਕੀ ਕਰਦੇ ਨੇ ਉਹ ਵਿਦੇਸ਼ਾਂ ਦੇ ਵਿੱਚ ਆਪਣੀ ਪੂੰਜੀ ਨੂੰ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦੇ ਨੇ। ਤਾਂ ਉੱਥੇ ਵੀ ਕਿਤੇ ਨਾ ਕਿਤੇ ਹੈ ਜਿਹੜਾ ਉਹ ਰਾਸ਼ਟਰ ਦੀ ਜਿਹੜੀ ਭਾਵਨਾ ਹੁੰਦੀ ਹੈ ਜਾਂ ਰਾਸ਼ਟਰਵਾਦੀ ਜਿਹੜੀ ਭਾਵਨਾ ਹੁੰਦੀ ਆ ਉਹ ਜਿਹੜੇ ਬਾਕੀ
ਲੋਕਾਂ ਦੀ ਰਾਸ਼ਟਰਵਾਦੀ ਜਿਹੜੀ ਭਾਵਨਾ ਹੁੰਦੀ ਹੈ ਉਸ ਨੂੰ ਠੇਸ ਪਹੁੰਚਦੀ ਹੈ। ਉਸ ਨੂੰ ਅਸੀਂ ਕੋਈ ਦੇਸ਼ ਭਗਤੀ ਨਹੀਂ ਕਵਾਂਗੇ, ਜਾਂ ਉਸ ਨੂੰ ਅਸੀਂ ਰਾਸ਼ਟਰੀ ਤੌਰ ਤੇ ਅਸੀਂ ਇਹ ਕਹਾਂਗੇ ਕਿ ਰਾਸ਼ਟਰੀ ਤੌਰ ਤੇ ਸਾਡਾ ਕੋਈ ਲਗਾਅ ਨਹੀਂ ਹੈਗਾ ਆਪਣੇ ਦੇਸ਼ ਦੇ ਨਾਲ, ਉਸ ਤੋਂ ਦੇ ਰਾਜਨੀਤਿਕ ਲੀਡਰਾਂ ਦਾ, ਉੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਦਾ, ਤਾਂ ਉਸ ਦੇ ਨਾਲ ਜਿਹੜਾ ਦੇਸ਼ ਉਹ ਤਰੱਕੀ ਨਹੀਂ ਕਰਦਾ ਹੈਗਾ, ਉੱਥੇ ਦੇਸ਼ ਦੀ ਤਰੱਕੀ ਰੁਕ ਜਾਂਦੀ ਹੈ, ਕਿਉਂਕਿ ਦੇਸ਼ ਨੂੰ ਚਲਾਉਣ ਵਾਲਾ ਜਾਂ ਦੇਸ਼ ਦੀ ਜਿਹੜੀ ਅਗਵਾਈ ਕਰਨ ਵਾਲੇ ਜਿਹੜੇ ਲੋਕ ਨੇ ਜਦੋਂ ਭ੍ਰਿਸ਼ਟ ਹੋ ਜਾਂਦੇ। ਪਰ ਸਾਨੂੰ ਜਦੋਂ ਰਾਜਨੀਤੀ ਸ਼ਾਸਤਰ ਦਾ ਅਸੀਂ ਅਧਿਐਨ ਕਰਦੇ ਹਾਂ, ਅਸੀਂ ਰਾਜਨੀਤੀ ਦੇ ਬਾਰੇ ਡੂੰਘਾਈ ਦੇ ਨਾਲ ਜਾਣਦੇ ਹਾਂ ਕਿ ਅਸਲ ਦੇ ਵਿੱਚ ਰਾਜਨੀਤੀ ਹੈ ਕੀ ਹੈ। ਰਾਜਨੀਤੀ ਦੇ ਵਿੱਚ ਇੱਕ ਲੀਡਰ ਦੇ ਕੀ ਫਰਜ਼ ਨੇ ਔਰ ਇੱਕ ਰਾਜਨੀਤਿਕ ਪਾਰਟੀ ਦੇ ਕੀ ਫਰਜ਼ ਨੇ, ਵਿਰੋਧੀ ਧਿਰ ਦੇ ਕੀ ਫਰਜ਼ ਨੇ ਔਰ ਵਿਰੋਧੀ ਧਿਰ ਨੇ ਕਿੱਥੇ ਕਿਵੇਂ ਕੰਮ ਕਰਨਾ, ਔਰ ਜਿਹੜੇ ਆਗੂ ਰਾਜਨੀਤਿਕ ਆਗੂ ਜਿਹਨੂੰ ਸੱਤਾ ਪ੍ਰਾਪਤੀ ਆ, ਜਿਸਨੇ ਸੱਤਾ ਦੇ ਵਿੱਚ ਜਿਹੜੀ ਪਾਰਟੀ ਹੈਗੀ ਆ, ਉਹਦੇ ਕੀ ਫਰਜ਼ ਨੇ ਕਿ ਉਸਨੇ ਆਪਣੇ ਨਾਗਰਿਕਾਂ ਦੀ ਤਰੱਕੀ ਕਿਵੇਂ ਕਰਨੀ ਆ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਕਿਵੇਂ ਨਾਲ ਲੈ ਕੇ ਚੱਲਣਾ। ਸੋ ਇਸ ਚੀਜ਼ ਦੇ ਬਾਰੇ ਜਿਹੜੀ ਸਾਨੂੰ ਜਾਣਕਾਰੀ ਹੈ ਉਹ ਰਾਜਨੀਤੀ ਸ਼ਾਸਤਰ ਦੇ ਅਧਿਐਨ ਤੋਂ ਆਉਂਦੀ ਹੈ। ਰਾਜਨੀਤੀ ਸ਼ਾਸਤਰ ਦੇ ਵਿੱਚ ਬਹੁਤ ਸਾਰੇ ਤਜਰਬੇ ਉਹ ਰਾਜਨੀਤਿਕ ਪਾਰਟੀਆਂ ਦੇ, ਰਾਜਨੀਤਿਕ ਲੀਡਰਾਂ ਦੇ ਉਸ ਦੇ ਵਿੱਚ ਸ਼ਾਮਲ ਹੁੰਦੇ ਨੇ, ਔਰ ਉਹਨਾਂ ਕੌੜੇ ਮਿੱਠੇ ਜਿਹੜੇ ਤਜਰਬੇ ਹੁੰਦੇ ਨੇ ਉਹਨਾਂ ਤੋਂ ਕੀ ਹੈ ਕਿ ਜਦੋਂ ਅਸੀਂ ਉਹਨਾਂ ਦੇ ਬਾਰੇ ਪੜ੍ਹਦੇ ਹਾਂ ਜਾਂ ਉਹਨਾਂ ਦੇ ਬਾਰੇ ਅਸੀਂ ਸਾਡੇ ਵਿਦਿਆਰਥੀ ਜਦੋਂ ਪੜ੍ਹਦੇ ਨੇ ਤਾਂ ਉਹ ਉਹਨਾਂ ਨੂੰ ਉਹਨਾਂ ਦਾ ਅਧਿਐਨ ਕਰਦੇ ਨੇ, ਤੁਲਨਾਤਮਕ ਅਧਿਐਨ ਕਰਦੇ ਨੇ, ਤੁਲਨਾ ਕਰਦੇ ਨੇ ਉਹ ਅੱਜ ਦੇ ਲੀਡਰਾਂ ਦੇ ਨਾਲ, ਪੁਰਾਣੇ ਲੀਡਰਾਂ ਦੇ ਨਾਲ, ਪੁਰਾਣੇ ਲੀਡਰਾਂ ਦੀ ਅੱਜ ਦੇ ਲੀਡਰਾਂ ਦੇ ਨਾਲ, ਤਾਂ ਉਹ ਕਿਤੇ ਨਾ ਕਿਤੇ ਫਿਰ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੋ ਜਾਂਦੀ ਹੈ ਕਿ ਫਿਰ ਉਹਨਾਂ ਨੂੰ ਲੱਗਦਾ ਕਿ ਵਾਕਈ ਸਾਡੇ ਦੇਸ਼ ਦੀ ਜਿਹੜੀ ਤਰੱਕੀ ਉਹ ਕਿਉਂ ਰੁਕੀ ਹੈ, ਕੀ ਸਾਡੇ ਦੇਸ਼ ਦੇ ਲੀਡਰ ਭ੍ਰਿਸ਼ਟ ਨੇ, ਕੀ ਸਾਡੇ ਦੇਸ਼ ਦੇ ਰਾਜਨੀਤਿਕ ਦਲ ਨੇ ਜਿਹੜੇ ਉਹ ਭ੍ਰਿਸ਼ਟ ਨੇ, ਜਾਂ ਜਿਹੜੀ ਸਾਡੀ ਬਿਊਰੋਕ੍ਰੇਸੀ ਹੈ ਕਿਤੇ ਨਾ ਕਿਤੇ ਉਸ ਦੇ ਵਿੱਚ ਕਮੀ ਹੈਗੀ ਹੈ, ਜਾਂ ਸਾਡੀ ਕਾਨੂੰਨੀ ਵਿਵਸਥਾ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ, ਸਾਡੀਆਂ ਅਦਾਲਤਾਂ ਕਰਪਟ ਤਾਂ ਨਹੀਂ ਹੈਗੀਆਂ। ਸੋ ਇਸ ਚੀਜ਼ ਦੀ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਸਾਡੇ ਅੰਦਰ ਜਿਹੜੀ ਦੇਸ਼ ਭਗਤੀ ਹੈ ਜਾਂ ਸਾਡੇ ਅੰਦਰ ਜਿਹੜਾ ਰਾਸ਼ਟਰ ਦੇ ਪ੍ਰਤੀ ਪਿਆਰ ਆ ਉਹਨੂੰ ਪੈਦਾ ਕਰਦੀ ਹੈ ਕਿ ਜਦੋਂ ਸਾਨੂੰ ਆਪਣੇ ਰਾਸ਼ਟਰ ਦੀਆਂ ਸਮੱਸਿਆਵਾਂ, ਜਦੋਂ ਸਾਡੇ ਰਾਸ਼ਟਰ ਦੀਆਂ ਕਮੀਆਂ ਜਾਂ ਜਦੋਂ ਸਾਡੇ ਰਾਸ਼ਟਰ ਦੀਆਂ ਪ੍ਰਾਪਤੀਆਂ ਦੇ ਬਾਰੇ ਪਤਾ ਲੱਗਦਾ। ਤਾਂ ਅਸੀਂ ਬਹੁਤ ਸਾਰਾ ਅੱਜ ਦੀ ਅਸੀਂ ਇੱਕ ਉਦਾਹਰਨ ਲਈਏ ਤਾਂ ਸੋਸ਼ਲ ਮੀਡੀਆ ਦੇ ਉੱਪਰ ਕਿਤੇ ਨਾ ਕਿਤੇ ਦਿਖਾਇਆ ਜਾਂਦਾ ਕਿ 1947 ਤੋਂ ਪਹਿਲਾਂ ਔਰ ਭਾਰਤ ਪਾਕਿਸਤਾਨ ਦੀ ਜਿਹੜੀ ਪਾਰਟੀਸ਼ਨ ਸੀਗੀ ਉਸ ਤੋਂ ਪਹਿਲਾਂ ਸੀ ਜਿਹੜਾ ਇੱਥੋਂ ਦੀ ਕਰੰਸੀ ਸੀਗੀ ਉਹ ਜਿਹੜੀ ਉਹ ਅੱਜ ਦੇ ਮੁਕਾਬਲੇ ਜਾਂ ਅਮਰੀਕਾ ਦੇ ਨਾਲ ਲਾ ਲਈਏ ਉਹ ਬਹੁਤ ਜ਼ਿਆਦਾ ਕਹਿ ਲਓ ਕਿ ਉਸ ਦਾ ਜਿਹੜਾ ਮੁੱਲ ਸੀਗਾ ਜ਼ਿਆਦਾ ਸੀ। ਅੱਜ ਉਹ ਉਸ ਦੇ ਮੁਕਾਬਲੇ ਜਿਹੜੀ ਬਹੁਤ ਜ਼ਿਆਦਾ ਉਹਦਾ ਮੁੱਲ ਹੈ ਜਿਹੜਾ ਉਹ ਘੱਟ ਹੈਗਾ। ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਨੌਜਵਾਨ ਨੇ ਤਾਂ ਉਹਨਾਂ ਨੂੰ ਵਾਕਈ ਪਤਾ ਲੱਗਦਾ ਕਿ ਸਾਡੇ ਦੇਸ਼ ਦਾ ਕੀ ਕਾਰਨ ਹੈ ਕਿ ਇਹਦੀ ਕੀਮਤ ਹੈ ਜਿਹੜੀ ਕਰੰਸੀ ਦੀ ਉਹ ਘਟ ਗਈ। ਤਾਂ ਉਹ ਕੀ ਨਾ ਤੁਲਨਾਤਮਕ ਉਹਨਾਂ ਦੇ ਤੋਂ ਤੁਲਨਾ ਕਰਦੇ ਨੇ ਇਸ ਚੀਜ਼ ਦੀ। ਉਹ ਇੱਕ ਰਾਜਨੀਤੀ ਸ਼ਾਸਤਰ ਦਾ ਪੱਖ ਹੈ ਕਿ ਆਪਣੇ ਦੇਸ਼ ਦੀ ਜਾਂ ਆਪਣੇ ਰਾਸ਼ਟਰ ਦਾ ਕਿਸੇ ਪੱਖ ਨੂੰ ਜਾਣਨਾ ਜਾਂ ਕਿਸੇ ਪੱਖ ਨੂੰ ਸਮਝਣਾ ਜਾਂ ਉਸ ਦੇ ਬਾਰੇ ਕੋਈ ਚਿੰਤਨ ਕਰਨਾ। ਸੋ ਇਹ ਰਾਜਨੀਤੀ ਸ਼ਾਸਤਰ ਦਾ ਅਧਿਐਨ ਹੈ ਜਿਹੜਾ ਸਾਨੂੰ ਸਿਖਾਉਂਦਾ ਕਿ ਦੇਸ਼ ਭਗਤੀ ਕੀ ਹੈ, ਰਾਸ਼ਟਰਵਾਦੀ ਸੋਚ ਕੀ ਹੈ, ਰਾਸ਼ਟਰਵਾਦੀ ਸੋਚ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ, ਕਿਹੜੇ ਲੋਕਾਂ ਦੇ ਵਿੱਚ ਰਾਸ਼ਟਰਵਾਦੀ ਸੋਚ ਹੈਗੀ ਸੀ, ਕਿਹੜੇ ਲੀਡਰਸ ਨੇ, ਕਿਹੜੇ ਰਾਜਨੀਤਿਕ ਪਾਰਟੀਆਂ ਨੇ ਦੇਸ਼ ਦੇ ਵਿਕਾਸ ਦੇ ਲਈ ਕੰਮ ਕੀਤਾ ਔਰ ਕਿਹੜੀਆਂ ਪਾਰਟੀਆਂ ਨੇ ਦੇਸ਼ ਦੇ ਵਿਕਾਸ ਦੇ ਵਿੱਚ ਜਾਂ ਦੇਸ਼ ਦੇ ਅਕਸ਼ ਨੂੰ ਵਿਗਾੜਿਆ। ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਪੈਸਾ ਜਮ੍ਹਾਂ ਕਰਤਾ ਜਾਂ ਉਹਨਾਂ ਨੇ ਆਪਣੇ ਨਿੱਜੀ ਹਿੱਤਾਂ ਦੇ ਲਈ ਦੇਸ਼ ਨੂੰ ਗਹਿਣੇ ਰੱਖਤਾ ਕਿਸੇ ਦੇ ਕੋਲ, ਜਾਂ ਵਰਲਡ ਬੈਂਕ ਦੇ ਕੋਲ ਗਹਿਣੇ ਰੱਖਤਾ ਜਾਂ ਕਿਸੇ ਹੋਰ ਮੁਲਕ ਦੇ ਕੋਲ ਗਹਿਣੇ ਰੱਖਤਾ। ਸੋ ਬਹੁਤ ਸਾਰੀਆਂ ਗੱਲਾਂ ਹੁਣ ਅੱਜ ਤਾਂ ਇਸੇ ਚੀਜ਼ ਨੂੰ ਜਦੋਂ ਅਸੀਂ ਅਧਿਐਨ ਕਰਦੇ ਹਾਂ, ਕਿਸੇ ਚੀਜ਼ ਦੇ ਬਾਰੇ ਜਾਣਦੇ ਹਾਂ, ਵਿਚਾਰ ਕਰਦੇ ਹਾਂ ਜਾਂ ਡਿਬੇਟ ਕਰਦੇ ਹਾਂ ਤਾਂ ਉੱਥੋਂ ਸਾਨੂੰ ਇਹ ਚੀਜ਼ ਦਾ ਗਿਆਨ ਹੁੰਦਾ ਜਦੋਂ ਅਸੀਂ ਰਾਜਨੀਤੀ ਸ਼ਾਸਤਰ ਦਾ ਜਾਂ ਰਾਜਨੀਤੀ ਕਿਸੇ ਖੇਤਰ ਦਾ ਅਧਿਐਨ ਕਰਦੇ ਹਾਂ। ਸੋ ਇਹ ਚੀਜ਼ ਲਈ ਜਿਹੜਾ ਅਧਿਐਨ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਵਿਦਿਆਰਥੀ ਨੇ ਜਿਹੜੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਰਾਜਨੀਤਿਕ ਵਾਗਡੋਰ ਹੈ ਜਿਹੜੀ ਉਹਨਾਂ ਨੇ ਸੰਭਾਲਣੀ ਹੈ ਕਿਉਂਕਿ ਪੀੜ੍ਹੀ ਦਰ ਪੀੜ੍ਹੀ ਹੈ ਜਿਹੜੀ ਉਹ ਜਿਹੜਾ ਇੱਕ ਰਾਜਨੀਤਿਕ ਸਿੱਖਿਆ ਉਹ ਮਿਲਦੀ ਰਹਿੰਦੀ ਹੈ। ਤਾਂ ਉਸ ਦੇ ਨਾਲ ਕੀ ਹੁੰਦਾ ਕਿ ਅਜੋਕੇ ਵਿਦਿਆਰਥੀਆਂ ਨੂੰ ਜਿਹੜਾ ਇਸ ਚੀਜ਼ ਦੇ ਬਾਰੇ ਜਾਣਨਾ ਜਾਂ ਇਸ ਚੀਜ਼ ਦਾ ਜਿਹੜਾ ਅਧਿਐਨ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹੀ ਰਾਜਨੀਤੀ ਸ਼ਾਸਤਰ ਦੀ ਜਿਹੜੀ ਲੋੜ ਹੈ, ਇਹੀ ਰਾਜਨੀਤੀ ਸ਼ਾਸਤਰ ਦੀ ਮਹੱਤਤਾ। ਔਰ ਅਸੀਂ ਅਗਲੀ ਗੱਲ ਕਰੀਏ ਕਿ ਰਾਜਨੀਤਿਕ ਚੇਤਨਤਾ, ਇਹ ਵੀ ਇਸ ਦੇ ਨਾਲ ਹੀ ਸੰਬੰਧਿਤ ਹੈ ਕਿ ਰਾਜਨੀਤਿਕ ਚੇਤਨਤਾ। ਹੁਣ ਰਾਜਨੀਤਿਕ ਚੇਤਨਤਾ, ਹੁਣ ਰਾਜਨੀਤਿਕ ਜਿਹੜੀ ਚੇਤਨਤਾ ਉਸੇ ਰਾਸ਼ਟਰੀ ਤਰੱਕੀ ਦਾ ਹੀ
पक्ष है कि जेकर उत्थों के जिहड़े नागरिक ने चेतन होणगे, उन्हां नूं पता होगा कि साडे देश दीयां समस्यावां इह ने, जां साडे देश दे विच इह चीज़ आउण वाली है, जां साडा देश दे विच इस तरह होने वाला, साडे देश के लिए समस्या आ सकती है, जां साडे देश के मौजूदा समस्या हैगी है ना। वो की करनगे कि भावें वो अपने वोट की वरतों आ जिहड़ी उस नूं अपने समझ दे नाल करनगे। हुण जेकर उन्हां दे विच चेतनता ही नहीं होएगी, वो चिंतन ही नहीं कर रहे, उन्हां नूं देश का पता ही नहीं, उन्हां नूं देश के किसी कानून का नहीं पता, उन्हां नूं देश के किसी हद का नहीं पता कि साडे जिहड़े देश की हद है वो किहड़े-किहड़े मुल्कां दे होरां दे नाल लगदी है, साडे देश दी समस्यावां किहड़ियां-किहड़ियां ने, एजुकेशन दे विच कित्थे समस्या है, हैल्थ दे विच कित्थे समस्या है, और इहदा हैल्थ दा एजुकेशन का प्रबंध किहने करना, किसकी जिम्मेवारी है, सेंटर सरकार की जिम्मेवारी है, पंजाब सरकार की जिम्मेवारी है, जां किसी होर स्टेट सरकार स्टेट की जिम्मेवारी है, जां सेंटर की जिम्मेवारी है। सानूं इन्हां चीज़ां का जिहड़ा ज्ञान है वो एक चेतन नागरिक, एक कह लो कि जागरूक नागरिक नूं हुंदा, और उस दे लई जिहड़ा सानूं कानूनां दा जानकारी होनी चाहिए है, और देश के कह लो कि फैडरल जिहड़ा सिस्टम है जिस दे विच असीं रह रहे हैं उसकी बारे जानकारी होनी चाहिए है कि सिक्ख्या के उपर कानून सेंटर बना सकता, जां एक स्टेट बना सकती है, जां जिस तरह हुण असीं मौजूदा स्थिति की गल करिए कि जिस तरह किसान अंदोलन आ जिहड़ा काफ़ी लंबे समय तो चल रहा है, और उस इस करके भी जिम्मेवार किते ना किते ठहराया जा रहा है भी जिहड़ा खेतीबाड़ी का विषय सीगा इस दे उपर जिहड़ा सेंटर कानून बना सकता, जां इस दे उपर जिहड़ा एक राज है वो कानून बना सकता। इस नूं कानूनी पक्ष तो भी लैके जिहड़ा गलत ठहराया जा सके भी यह केंद्रीय सूची का विषय, जां यह संवर्ती सूची का विषय, कि जां यह कह लो कि राज सूची का विषय। सो इस पक्ष तो भी जे हुण यह जिहड़े धरने आ मुजाहरे आ तां उत्थे किते ना किते इस करके भी लगाए जाते हैं कि उत्थों के जिहड़े नागरिक हुंदे ने उन्हां नूं पता होंदा कि यह चीज़ां ने जिहड़ियां साडे लई गलत साबित होणगीआं। जिस तरह प्राइवेटेशन है जिहड़ा वो दिन प्रति दिन जिहड़ा वध रहा, हुण असीं एक इतिहास दे विचों एग्जांपल लईए तां बहुत सारे जिहड़े साडे नौजवान ने वो भगत सिंह के विचारां नूं फॉलो करते हैं, और जां भगत सिंह नूं अपना आदर्श मानते हैं, जां भगत सिंह की सोच नूं जां उन्हां दीआं कईयां होईआं जिहड़ियां गल्लां ने उहनूं मनदे ने कि भगत सिंह ने कहा सीगा कि जिहड़ा निजीकरण किसी भी खेत्र दे विच वो देश के नागरिकां दे लई चंगी गल नहीं है, कि भगत सिंह ने भी पहला जिहड़ा प्राइवेटेशन सीगा और सरकार सी जिहड़ी ईस्ट इंडिया कंपनी सी वो सारा कुछ अपने हत्थां दे विच लै रही सी, भावें वो एजुकेशन होवे, भावें वो खेती प्रबंध होण, जां वो उत्थों दे कोई भी कारखाने की गल होवे, उस चीज़ का विरोध करते हुए कहते भगत सिंह सी जिहड़ा वो उसनूं ये जिहड़ा शहादत सी वो देनी पई सी। तो वही कारण है जिहड़ा हो सकता कि वो हौली हौली जिहड़ा वो अज इत्थों तक जिहड़ा वो आ गया। तां अज उस तो पहला भी बहुत सारे प्रोटेस्ट होंदे ने, तां असीं उस दे विच देखदे हां कि बहुत सारे जिहड़े नागरिक होंदे ने जां जिहड़े वो प्रोटेस्ट दे विच शामिल होंदे ने तां उन्हां नूं बड़ी जानकारी हुंदी है अपने देश के बारे, अपने देश के कानूनां के बारे, और वो कानूनां का की इफैक्ट होगा, और उस दे वो कानूनां का भविख की होगा, और उस कानूनां दे विच रहंदे होए लोकां दा भविख की होगा। तां वो की हुंदा कि किते ना किते चेतन हुंदे ने, उन्हां नूं जागरूक हुंदे ने, उन्हां नूं पता हुंदा कि ये चीज़ इस मुल्क दे विच ये चीज़ लागू हुई सी, तां उत्थे सी जिहड़ा जिस तरह असीं इह खेती दे नाल दी गल करिए तां बहुत सारे जिहड़े मुल्क ने उन्हां दे विच इह पहलां लागू किया गया कि जिथे ये कानून सीगे वो फेल हो गए, जिहदे नाल जिहड़ी किसानां दी हालत सीगी बहुत ज़्यादा तरसयोग हो गई, जां जिहड़ा खेती सैक्टर सीगा वो डाउन दे विच चला गया। तां वो जिहड़े जागरूक नागरिक हुंदे ने उन्हां नूं पता हुंदा, भावें वो सोशल मीडिया तो होण जां वो किसी कह लो कि इलैक्ट्रॉनिक मीडिया हो सकता, ठीक है, जां प्रिंट मीडिया हो सकता, जां वो उत्थे विचरे होण, तां उत्थों की है कि वो एक जागरूक नागरिक वो अपने देश के बारे सोचते हैं, अपने बारे सोचते हैं, अपने आले दुआले बारे सोचते हैं। सो इस तरह बहुत सारी जिहड़ी एक चेतनता जिहड़ी वो राजनीति शास्त्र के अध्ययन के नाल आउंदी है, जां राजनीति खेत्र के विच जिहड़ा विचार करन दे नाल जां राजनीति खेत्र नूं जानन दे नाल जिहड़ी वो बहुत सारा जिहड़ा ज्ञान है वो प्राप्त होंदा है कि जिहदे नाल जिहड़ी चेतनता आउंदी है, और चेतनता दे नाल की हुंदा कि जदों भी कुछ गलत हो रहा हुंदा जां साडे अधिकारां दी जदों उलंघना हो रही हुंदी है तां उत्थों की हुंदा कि फिर असीं की करदे उसकी अपील दलील जां किसी भी तरीके दे नाल जिहड़ा उसदी न्याय जिहड़ा कह लो कि वो मंगदे हां,
ਜਾਂ ਉਸ ਦੇ ਵਿਰੁੱਧ ਜਿਹੜਾ ਪ੍ਰੋਟੈਸਟ ਕਰਦੇ ਹਾਂ। ਸੋ ਇਸ ਤਰੀਕੇ ਦੇ ਨਾਲ ਅਸੀਂ ਗੱਲ ਕਰੀਏ ਕਿ ਜਿਹੜਾ ਰਾਜਨੀਤੀ ਸ਼ਾਸਤਰ ਹੈ ਉਸ ਨੂੰ ਪੜ੍ਹਨ ਦੀ, ਉਸ ਨੂੰ ਸਮਝਣ ਦੀ, ਜਾਂ ਕਹਿ ਲਓ ਕਿ ਡੂੰਘਾਈ ਦੇ ਵਿੱਚ ਉਸ ਦਾ ਅਧਿਐਨ ਕਰਨ ਦੀ ਸਾਨੂੰ ਲੋੜ ਹੁੰਦੀ ਹੈ। ਔਰ ਇਸੇ ਜਿਹੜੀ ਲੋੜ ਹੈ ਉਹ ਸਾਨੂੰ ਕੀ ਹੈ ਕਿ ਇੱਕ ਆਦਰਸ਼ ਨਾਗਰਿਕ, ਇੱਕ ਜਾਗਰੂਕ ਨਾਗਰਿਕ ਹੈ ਜਿਹੜੀ ਉਹ